Okay students, today we are going to discuss the first chapter of mobile technologies. The topics that we are going to discuss in this session are introduction to mobility, challenges and benefits of mobility, mobile communication, and last is cellular communication. First of all, what is mobility? It is a combination of two words, move plus ability, and ability means to move freely at anywhere. Means mobility means ability to move freely and easily. ਮੀਨਸ ਸਾਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕ ਫਿਕਸ ਪਲੇਸ 'ਤੇ ਬੈਠ ਕੇ ਹੀ ਕਮਿਊਨੀਕੇਟ ਕਰਨਾ ਹੈ, ਅਸੀਂ ਫਰੀਲੀ ਈਜ਼ੀਲੀ ਐਨੀਵੇਅਰ ਅਸੀਂ ਮੂਵ ਕਰ ਸਕਦੇ ਹਾਂ. ਵੀ ਕੈਨ ਮੂਵ ਫਰੋਮ ਵਨ ਲੋਕੇਸ਼ਨ ਟੂ ਅਨਦਰ ਫਰੀਲੀ ਔਰ ਈਜ਼ੀਲੀ. ਮੋਬਿਲਿਟੀ ਦਾ ਮਤਲਬ ਕੀ ਹੁੰਦਾ ਕਿ ਸਾਨੂੰ ਜ਼ਰੂਰੀ ਨਹੀਂ ਹੈ ਕਿ ਜੋ ਅਸੀਂ ਸਰਵਿਸਿਜ਼ ਅਸੀਂ ਫਿਕਸ ਲੋਕੇਸ਼ਨ 'ਤੇ ਬੈਠ ਕੇ ਅਸੀਂ ਜੋ ਸਰਵਿਸ ਅਵੇਲ ਕਰ ਰਹੇ ਹਾਂ ਔਨ ਪਰਟੀਕੂਲਰ ਡਿਵਾਈਸ, ਇਟ ਕੁਡ ਬੀ ਫੋਨ, ਇਟ ਕੁਡ ਬੀ ਲੈਪਟਾਪ ਔਰ ਡੈਸਕਟਾਪ ਕੰਪਿਊਟਰ. ਅਗਰ ਅਸੀਂ ਆਪਣੀ ਲੋਕੇਸ਼ਨ ਚੇਂਜ ਕਰਦੇ ਹਾਂ ਤਾਂ ਉੱਥੇ ਵੀ ਅਸੀਂ ਉਹ ਸੇਮ ਸਰਵਿਸਿਜ਼ ਨੂੰ ਅਵੇਲ ਕਰ ਸਕਦੇ ਹਾਂ. ਦਿਸ ਇਜ਼ ਨੋਨ ਐਜ਼ ਮੋਬਿਲਿਟੀ. The term mobility can be classified in two main parts, user mobility and device mobility. First of all, user mobility. It refers to as users who have access to similar communication services at different places. Means user mobility किन्नू कहते हैं अगर एक user different places ਦੇ ਉੱਪਰ ਵੀ same similar जो है services ਨੂੰ avail ਕਰ ਸਕਦਾ ਹੈ, ਉਹ communicate ਕਰ ਸਕਦਾ ਹੈ. ਯੂਜ਼ਰ ਅਗਰ ਆਪਣੀ ਲੋਕੇਸ਼ਨ ਨੂੰ ਚੇਂਜ ਕਰਦਾ, ਪਲੇਸ ਚੇਂਜ ਕਰਦਾ, ਤਾਂ ਅਗੇਨ ਉਹ ਕਮਿਊਨੀਕੇਟ ਕਰ ਸਕਦਾ ਅਤੇ ਉਹ ਸਰਵਿਸਿਜ਼ ਨੂੰ ਵੀ ਅਵੇਲ ਕਰ ਸਕਦਾ. For example, user can have a mobile and he can log into his mail account from any desktop to check or compose mails. Second is device mobility. It refers to the movement of a communication device with or without a user. ਪਹਿਲਾਂ ਅਸੀਂ ਗੱਲ ਕੀਤੀ ਸੀ ਯੂਜ਼ਰ ਦੀ, ਜਿਹੜਾ ਯੂਜ਼ਰ ਕੈਨ ਮੂਵ ਫਰੋਮ ਵਨ ਪਲੇਸ ਟੂ ਅਨਦਰ. ਇਨ ਦਿਸ ਕੇਸ we talk about the device, movement of the device. It is a depending upon whether a communication device is kept at a fixed place or is mobile and is wired or wireless. ਕਿ ਅਸੀਂ ਇੱਕ ਡਿਵਾਈਸ ਤੋਂ ਦੂਸਰੇ ਡਿਵਾਈਸ 'ਤੇ ਅਸੀਂ ਕੀ ਕਰ ਰਹੇ ਹਾਂ, ਸੇਮ ਸਰਵਿਸਿਜ਼ ਨੂੰ ਅਵੇਲ ਕਰਦੇ ਹਾਂ. ਦਿਸ ਇਜ਼ ਨੋਨ ਐਜ਼ ਡਿਵਾਈਸ mobility. Next is mobility challenges. So there are different type of mobility challenges are security, performance, cost effectiveness, electrification and lack of scalability. No doubt ਸਾਨੂੰ ਸਭ ਨੂੰ ਅਗਰ ਅਸੀਂ ਵਰਲਡ ਵਾਈਡ ਵੈਬ ਜਾਂ ਇੰਟਰਨੈਟ ਦੇ ਉੱਪਰ ਕੁਝ ਸਰਵਿਸਿਜ਼ ਅਵੇਲ ਕਰ ਰਹੇ ਹਾਂ, ਕੁਝ ਵਾਇਰਡ ਜਾਂ ਵਾਇਰਲੈਸ ਸਰਵਿਸਿਜ਼ ਅਵੇਲ ਕਰਦੇ ਹਾਂ, ਤਾਂ ਸਿਕਿਉਰਿਟੀ ਇਸ਼ੂ ਸਭ ਨੂੰ ਹੁੰਦਾ ਹੈ ਕਿ ਸਿਕਿਉਰਿਟੀ ਡਾਟਾ ਸਾਡਾ ਸਿਕਿਉਰ ਹੋਣਾ ਬਹੁਤ ਜ਼ਰੂਰੀ ਹੈ. ਨੈਕਸਟ ਇਜ਼ ਪਰਫੋਰਮੈਂਸ, ਕਿ ਸਾਡੇ ਸਿਸਟਮ ਦੀ ਪਰਫੋਰਮੈਂਸ ਕਿੰਨੀ ਕੁ ਇਫੈਕਟਿਵ ਹੈ. ਅਗਰ ਅਸੀਂ ਡਾਟਾ ਨੂੰ ਅਸੀਂ ਡਿਫਰੈਂਟ ਲੋਕੇਸ਼ਨ ਦੇ ਉੱਪਰ ਅਗਰ ਸਰਵਿਸਿਜ਼ ਅਵੇਲ ਕਰਦੇ ਹਾਂ, ਸਾਡਾ ਜਾਂ ਡਿਵਾਈਸ ਚੇਂਜ ਕਰਦੇ ਹਾਂ, ਤਾਂ ਉਸकी ਸਾਡੀ ਪਰਫੋਰਮੈਂਸ ਕੀ ਹੋਏਗੀ. ਨੈਕਸਟ ਇਜ਼ ਕਾਸਟ ਇਫੈਕਟਿਵਨੈਸ. ਕਾਸਟ ਇਫੈਕਟਿਵਨੈਸ ਮੀਨਸ ਕਿ ਡਿਊ ਟੂ ਕਿਸੇ ਚੀਪ ਐਂਡ ਬੈਸਟ ਵੇ ਨਾਲ ਅਸੀਂ ਉਹ ਸਰਵਿਸਿਜ਼ ਨੂੰ ਅਵੇਲ ਕਰ ਸਕੀਏ. ਮੀਨਸ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਸਾਡੀ ਇਨਵੈਸਟਮੈਂਟ ਹੋਵੇ ਬਟ ਅਸੀਂ ਉਹ ਸਾਰੀਆਂ ਫੈਸਿਲਿਟੀਜ਼ ਅਵੇਲ ਕਰ ਸਕੀਏ. ਨੈਕਸਟ ਇਜ਼ ਇਲੈਕਟ੍ਰੀਫਿਕੇਸ਼ਨ. ਇਲੈਕਟ੍ਰੀਫਿਕੇਸ਼ਨ ਮੀਨਸ ਜਿਵੇਂ ਇਲੈਕਟ੍ਰੀਕਲ ਕਾਰਸ ਹੈ, ਟ੍ਰੇਨਸ ਨੇ ਜਾਂ ਕੋਈ ਬੱਸਿਸ ਨੇ, ਅਸੀਂ ਆਪਾਂ GPS ਜਿਸ ਅਸੀਂ ਟਰੈਕਿੰਗ ਸਿਸਟਮ ਅਟੈਚ ਕਰ ਸਕਦੇ ਹਾਂ, ਸਾਨੂੰ ਪਤਾ ਲੱਗ ਜੇ ਕਿ ਸਾਡਾ ਵਹੀਕਲ ਇਸ ਟਾਈਮ ਕਿਹੜੀ ਜਗ੍ਹਾ 'ਤੇ ਮੂਵ ਕਰ ਰਿਹਾ. तो सेम कैसा है मोबिलिटी, कि अगर वो एक जगह तो दूसरी जगह पे मूव कर रहा है तो ਅਸੀਂ ਉਹਨੂੰ ट्रैक कर सकिए. नेक्स्ट इज़ लैक ऑफ स्केलेबिलिटी. तो ये भी एक चैलेंज है कि ड्यू टू लैक ऑफ रिसोर्सेज एंड ड्यू टू लैक ऑफ इन्वेस्टमेंट कॉस्ट ਅਸੀਂ ਆਪਣੇ ਸਿਸਟਮ ਨੂੰ ਹੈ ਉਹ ਅਸੀਂ ਇਹਨੂੰ ਐਨਹਾਂਸ ਕਰ ਸਕਾਂਗੇ ਜਾਂ ਨਹੀਂ. ਸੋ ਥੀਸ ਆਰ ਦ ਬੇਸਿਕ ਚੈਲੰਜਸ ਆਫ ਮੋਬਿਲਿਟੀ. ਨੈਕਸਟ ਇਜ਼ ਬੈਨੀਫਿਟਸ ਆਫ ਮੋਬਿਲਿਟੀ. ਫਸਟ ਇਜ਼ ਪੋਰਟੇਬਿਲਿਟੀ. ਪੋਰਟੇਬਿਲਿਟੀ ਮੀਨਸ ਦ ਐਬਿਲਿਟੀ ਟੂ ਬੀ ਈਜ਼ੀਲੀ ਕੈਰੀਡ ਔਰ ਮੂਵਡ ਇਟ, ਕਿ ਅਸੀਂ ਜੋ ਚੀਜ਼ਾਂ ਈਜ਼ੀਲੀ ਕੈਰੀ ਕਰ ਸਕੇ ਅਤੇ ਮੂਵ ਹੋ ਸਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ. ਦੈਟ ਇਜ਼ ਨੋਨ ਐਜ਼ ਪੋਰਟੇਬਿਲਿਟੀ. ਇਟ ਮੀਨਸ ਦ ਐਬਿਲਿਟੀ ਟੂ ਟਰਾਂਸਫਰ ਫਰੋਮ ਮਸ਼ੀਨ ਔਰ ਸਿਸਟਮ ਟੂ ਅਨਦਰ. ਈਜ਼ੀਲੀ ਅਸੀਂ ਕੁਛ ਚੀਜ਼ਾਂ ਫਰੋਮ ਵਨ ਮਸ਼ੀਨ ਟੂ ਅਨਦਰ ਮਸ਼ੀਨ ਔਰ ਫਰੋਮ ਵਨ ਸਿਸਟਮ ਟੂ ਅਨਦਰ ਸਿਸਟਮ ਅਸੀਂ ਕੁਛ ਟਰਾਂਸਫਰ ਕਰ ਸਕਦੇ ਹਾਂ. ਔਰ ਕਿਸੇ ਕੋਈ ਚੀਜ਼ ਪੋਰਟੇਬਲ ਹੈ, ਪੋਰਟੇਬਲ ਮੀਨਸ ਉਹਨੂੰ ਈਜ਼ੀ ਟੂ ਕੈਰੀ ਔਰ ਮੂਵ. Next is flexibility. Flexibility, wireless communication enables the people to communicate with each other regardless of location. There is no need to be in an office or some telephone booth in order to pass and receive messages. Flexibility means
कि कोई ਜ਼ਰੂਰੀ ਨਹੀਂ ਕਿ ਅਸੀਂ ਇੱਕ ਫਿਕਸ ਲੋਕੇਸ਼ਨ ਦੇ ਉੱਪਰ ਜਾਂ ਇੱਕ ਫਿਕਸ ਪਲੇਸ ਦੇ ਉੱਪਰ ਬੈਠ ਕੇ ਹੀ ਕਮਿਊਨੀਕੇਟ ਕਰਨਾ ਹੈ, ਜਾਂ ਸਾਨੂੰ ਕੋਈ ਟੈਲੀਫੋਨ ਬੂਥ ਦੇ ਉੱਪਰ ਜਾ ਕੇ ਸਾਨੂੰ ਫੋਨ ਕਰਨਾ ਪਏਗਾ। ਅਸੀਂ ਕਿਸੇ ਵੀ ਜਗ੍ਹਾ 'ਤੇ ਬੈਠ ਕੇ ਫੋਨ ਅਟੈਂਡ ਕਰਨਾ ਜਾਂ ਫੋਨ ਨੂੰ ਕਾਲ ਕਰਨੀ ਸੀ ਕਰ ਸਕਦੇ ਹਾਂ। ਜ਼ਰੂਰੀ ਨਹੀਂ ਕਿ ਅਸੀਂ ਇੱਕ ਫਿਕਸ ਲੋਕੇਸ਼ਨ ਦੇ ਉੱਪਰ ਬੈਠ ਕੇ ਹੀ ਕਮਿਊਨੀਕੇਟ ਕਰਨਾ। ਵੀ ਕੈਨ ਮੂਵ ਐਨੀਵੇਅਰ। Next is cost effectiveness. In wireless communication, there is no need of any physical infrastructure, wires or cables or maintenance practice, hence the cost is reduced. It's a benefit of mobility that ਸਾਨੂੰ ਜ਼ਰੂਰਤ ਨਹੀਂ ਪੈਂਦੀ ਕਿ ਸਾਨੂੰ ਕੋਈ ਫਿਜ਼ੀਕਲ ਇਨਫਰਾਸਟਰਕਚਰ ਦੀਆਂ ਵਾਇਰ ਸੈਟਅਪ ਕਰਨ ਦੀ ਮੇਨਟੇਨ ਕਰਨ ਦੀ ਜ਼ਰੂਰਤ ਹੈ। ਅਸੀਂ ਵਾਇਰਲੈਸਲੀ ਬਹੁਤ ਈਜ਼ੀਲੀ ਕਮਿਊਨੀਕੇਟ ਕਰ ਸਕਦੇ ਹਾਂ ਤੇ ਇੱਕ ਬਹੁਤ ਹੀ ਚੀਪ ਤੇ ਬੈਸਟ ਮੈਥਡ ਹੈ ਫॉर ਕਮਿਊਨੀਕੇਸ਼ਨ। Next is speed. Improvements can also be seen in speeds. The network connectivity or the accessibility was much improved in accuracy and speed. As we know कि अगर ਅਸੀਂ वायरलेस कम्युनिकेशन यूज़ करते हैं उसके साड़ी स्पीड है जो नेटवर्क की accessibility, fetching, uploading, downloading speed बहुत ज़्यादा है as compared to wired connections. This is the most important benefit. Next is accessibility. With the help of wireless technology, easy accessibility to the remote area is possible. For example, in rural areas, online education is now possible. Teachers or students no longer need to travel to far distance area to teach their lesson. It's a best example means कि बहुत सारे कुछ बैकवर्ड एरियाज ने या रूरल एरियाज जिथे कुछ वायर्ड कनैक्शनस पॉसिबल नहीं हो पाते, तो उत्थे असीं वायरलैस कम्युनिकेशन दे नाल जिस तरह टीचर्स ने वो स्टूडेंट्स ਨੂੰ टीच कर सकते हैं, एजुकेशन प्रोवाइड कर सकते हैं एंड स्टूडेंट्स ਨੂੰ भी जरूरत नहीं पैंदी किते बहुत ज़्यादा डिस्टेंस से जाने की, उत्थे बैठ के अपनी लोकेशन के उपर बैठ के ही बहुत कुछ नवा सीख सकते हैं। सो दीज आर द बेसिक बेनिफिट्स ऑफ मोबिलिटी। Next topic is introduction to mobile and cellular communication technology. Mobile technology is exactly what the name implies, technology that is portable, also known as mobile computing. It allows transmission of data, voice and video. Mobile technology used for cellular communication. Example of mobile IT devices include laptop, tablets, smartphones, GPS device, wireless credit debit card payment, terminals, etc. Mobile technology allows the user to transfer data, voice and video over the wireless connection. कि ਅਸੀਂ wireless connection use करके ਅਸੀਂ data, voice, video transfer कर रहे हैं from एक जगह तो दूसरी जगह पे. Next is portable devices utilize many different communication technologies including Wi-Fi, Bluetooth, data networking services for mobile phones, dial-up services and virtual private network. Wi-Fi means wireless fidelity. It is a type of wireless local area network technology. Wi-Fi की जो सी wireless fidelity means कि ऐसे एक wireless connection use कर रहे हैं to communicate. It could be data, it could be voice, it could be videos. कि ऐसी wireless connection without any wired setup, ऐसी wireless मीडियाज यूज़ करके ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਕਮਿਊਨੀਕੇਟ ਕਰ ਰਹੇ ਹਾਂ। ਸੈਕਿੰਡ ਇਜ਼ ਬਲੂਟੁੱਥ ਅਸੀਂ ਫੋਨ ਦੇ ਉੱਪਰ, ਲੈਪਟਾਪਸ ਦੇ ਉੱਪਰ, ਕੰਪਿਊਟਰਸ ਦੇ ਉੱਪਰ ਯੂਜ਼ ਕਰਦੇ ਹਾਂ ਅਗੇਨ ਟੂ ਕਨੈਕਟ ਵਾਇਰਲੈਸਲੀ, ਕਿ ਅਸੀਂ ਬਿਨਾਂ ਵਾਇਰਸ ਤੋਂ ਯੂਜ਼ ਕੀਤੇ ਅਸੀਂ ਦੋ ਸਿਸਟਮ ਨੂੰ ਆਪਸ ਵਿੱਚ ਕਨੈਕਟ ਕਰ ਰਹੇ ਹਾਂ, ਕੁਝ ਟ੍ਰਾਂਸਫਰ, ਕੁਝ ਸ਼ੇਅਰ ਕਰਨ ਲਈ ਡਾਟਾ ਨੂੰ। ਨੈਕਸਟ ਇਜ਼ data networking services for mobile phones. It could be 3G service, 4G service, 5th generation, GPRS and GSM, etc. Next is dial-up services, data network services using modems and telephone lines. And last is virtual private network, secure access to a private network. एक private network जो सी personal use ਲਈ use करते हैं. Next is mobile communication. It is the use of technology that allows us to communicate with others in different locations without the use of any physical connection, wires or cables. Mobile communication makes our life easier and it saves time and effort. Example ਅਸੀਂ ਸਾਰੇ ਅੱਜਕੱਲ ਮੋਬਾਈਲ ਫੋਨ ਯੂਜ਼ ਕਰਦੇ ਹਾਂ। ਮੋਬਾਈਲ ਫੋਨ ਅਸੀਂ ਕਿਸੇ ਵੀ ਪਰਟੀਕੂਲਰ ਜਗ੍ਹਾ ਤੇ ਬੈਠ ਕੇ ਨਹੀਂ ਯੂਜ਼ ਕਰਦੇ, ਅਸੀਂ ਇਹਨੂੰ ਕਿਤੇ ਵੀ ਯੂਜ਼ ਕਰ ਸਕਦੇ ਹਾਂ ਐਂਡ ਉਹ ਵਾਇਰਲੈਸ ਹੈ। ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਅਸੀਂ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਬੈਠ ਕੇ ਸਾਨੂੰ ਕੁਝ ਵਾਇਰਡ ਕਨੈਕਟ ਕਰਨੀ ਪੈਂਦੀ ਹੈ ਅਤੇ ਜਿੱਥੇ ਤੱਕ ਉਹ ਵਾਇਰ ਤੱਕ ਜਾਏਗੀ ਅਸੀਂ ਸਿਰਫ ਉਸ ਏਰੀਆ ਤੱਕ ਬੈਠ ਕੇ ਹੀ ਕਮਿਊਨੀਕੇਟ ਕਰਾਂਗੇ। ਨੋ, ਸਾਨੂੰ ਕੁਝ ਵਾਇਰ ਸੈਟਅਪ ਕਰਨ ਦੀ ਜ਼ਰੂਰਤ ਨਹੀਂ ਹੈ, ਅਸੀਂ ਉਹਨੂੰ ਕਿਤੇ ਵੀ ਕਿਸੇ ਵੀ ਜਗ੍ਹਾ 'ਤੇ ਯੂਜ਼ ਕਰ ਸਕਦੇ ਹਾਂ, ਅਸੀਂ ਉਹਦੀ ਫੈਸਿਲਿਟੀਜ਼ ਸਰਵਿਸਿਜ਼ ਨੂੰ ਈਜ਼ੀਲੀ ਅਵੇਲ ਕਰ ਸਕਦੇ ਹਾਂ। Secondly, a mobile phone, also called as mobile cellular network, cell phone or hand phone, is an example of mobile communication, wireless communication. It is an electric device used for full duplex two-way radio telecommunication
over a cellular network of base station known as cell site. A mobile phone is a bidirectional ratio that enables simultaneous transmission and reception. वायरलेस फ़ोन बेसिक एग्जाम्पल है, ਅਸੀਂ मोबाइल फ़ोन एग्जाम्पल है जो ਅਸੀਂ ਅੱਜ ਕੱਲ੍ਹ ਸਾਰੇ ਹੀ ਯੂਜ਼ ਕਰ ਰਹੇ ਹਾਂ। ਅਸੀਂ ਉਹਨੂੰ ਵਾਇਰਲੈਸ ਐਜ਼ ਅ ਵਾਇਰਲੈਸ ਡਿਵਾਈਸ ਯੂਜ਼ ਕਰਦੇ ਹਾਂ ਮੋਬਾਈਲ ਫ਼ੋਨ ਨੂੰ, ਜਿਹਦੇ ਨਾਲ ਅਸੀਂ ਕਮਿਊਨੀਕੇਟ ਕਰਦੇ ਹਾਂ ਡਾਟਾ, ਵੌਇਸ, ਵੀਡੀਓਜ਼ ਐਂਡ ਸੋ ਔਨ। ਉਹ ਬੇਸਿਕਲੀ ਬਾਈ ਡਾਇਰੈਕਸ਼ਨਲ ਡਾਟਾ ਅਸੀਂ ਟਰਾਂਸਮਿਟ ਕਰਦੇ ਹਾਂ। ਬਾਈ ਡਾਇਰੈਕਸ਼ਨਲ ਮੀਨਸ ਜਾਂ ਯੂ ਕੈਨ ਸੇ ਫੁੱਲ ਡਿਪਲੈਕਸ ਮੀਨਸ ਅਸੀਂ ਡਾਟਾ ਨੂੰ ਟਰਾਂਸਮਿਟ ਵੀ ਕਰ ਸਕਦੇ ਅਤੇ ਰਿਸੀਵ ਵੀ ਕਰ ਸਕਦੇ ਐਟ ਦ ਸੇਮ ਟਾਈਮ। ਅਸੀਂ ਡਾਟਾ ਨੂੰ ਰਿਸੀਵ ਕਰ ਸਕਦੇ ਹਾਂ ਐਂਡ ਟਰਾਂਸਮਿਟ ਕਰ ਸਕਦੇ ਹਾਂ ਐਟ ਦ ਸੇਮ time. So this is known as mobile communication. Next is cellular communication. Cellular communication is a form of communication technology that enables the use of mobile phones. Cellular communication is based on the geographic division of the communication coverage area into cells and within cells. Each cell is allocated a given number of frequencies or channels that allow a large number of subscribers to conduct conversations simultaneously. एक डिफरेंट जोग्राफिक एरिया ਦੇ ਵਿੱਚ ਫ੍ਰੀਕੁਐਂਸੀ ਡਿਵਾਈਡ ਕੀਤੀ ਜਾਂਦੀ ਹੈ ਤੇ ਜਿਹਨੂੰ ਆਪਾਂ ਸਾਈਮਲਟੇਨੀਅਸਲੀ ਯੂਜ਼ ਕਰ ਸਕਦੇ ਹਾਂ। ਸੇਮ ਐਜ਼ ਵਾਇਰਲੈਸ ਕਮਿਊਨੀਕੇਸ਼ਨ ਮੀਨਸ ਅਸੀਂ ਵਾਇਰਲੈਸ ਡਿਵਾਈਸ ਨੂੰ ਯੂਜ਼ ਕਰਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਈਜ਼ੀਲੀ ਕਮਿਊਨੀਕੇਟ ਕਰ ਸਕਦੇ ਹਾਂ। ਨੈਕਸਟ ਇਜ਼ cellular telephone system. Cellular telephone provides communication between two devices. Cell phone is a low powered lightweight radio transceiver. Transceiver means transmitter plus receiver that provides voice, telephone and other services to mobile user. It operates like portable or cordless telephones. Same as above example, कैसे मोबाइल फोन्स एक लाइट वेट एक रेडियो ट्रांसीवर की तरह काम करता है जिन्हों असी डाटा ਨੂੰ ट्रांसमिट एंड रिसीव करने ਲਈ यूज़ करते जो कि वायरलेस सिस्टम है। नेक्स्ट इज बेसिक सेलुलर सिस्टम. A basic cellular system consists of following three parts. First is mobile unit. A mobile phone telephone unit contains a control unit, a transceiver and an antenna system. Second is cell site. The cell site provides interface between the MTSO and the mobile unit. MTSO means mobile telephone switching office. Third is MTSO, again mobile telephone switching office. The switching office, the central coordinating element for all cell sites, contains cellular processor and cellular switch. It interfaces with telephone companies' own offices, control call processing and handles billing activities. ਅਸੀਂ बेसिकली ट्रांसीवर्स जो है एंटीनास है वो यूज़ करते हैं। ट्रांसीवर्स अगेन ट्रांसीवर मीन्स कॉम्बिनेशन ऑफ transmitters plus receivers. Transmitters are used to transmit the data and receivers are used to receive the data. MTSO switching office हो गए जो बेसिकली कंबाइन करते हैं। थैंक यू।